ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੁੜੇ ਬੈਠੇ ਹਾਂ ਤੇ ਗੁਰਬਾਣੀ ਦਾ ਪਾਵਨ ਫਰਮਾਨ ਹੈ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਜੇ ਸਤ ਗੁਰੂ ਦੇ ਪਾਸ ਬੈਠੇ ਹਾਂ ਤੇ ਜਿਹੜੇ ਬੈਠੇ ਹਾਂ ਉਹ ਸਿੱਖ ਹਾਂ, ਤੇ ਸਿੱਖ ਕੀ ਹੈ ਤੇ ਸਤਿਗੁਰੂ ਕੀ ਹੈ। ਅਕਸਰ ਅਸੀਂ ਜਦੋਂ ਬਾਜ਼ਾਰ ਦੇ ਵਿੱਚ ਕਿਸੇ ਵਸਤੂ ਨੂੰ ਖਰੀਦਣ ਵਾਸਤੇ ਜਾਂਦੇ ਹਾਂ ਤਾਂ ਸਾਰੀਆਂ ਸਾਡੀਆਂ ਵਸਤਾਂ ਇੱਕ ਦੁਕਾਨ ਤੋਂ ਨਹੀਂ ਮਿਲਦੀਆਂ। ਸਾਨੂੰ ਵੱਖ-ਵੱਖ ਦੁਕਾਨਾਂ ਦੇ ਉੱਪਰ ਜਾਣਾ ਪੈਂਦਾ ਹੈ। ਬੇਸ਼ੱਕ ਅੱਜ-ਕੱਲ ਬਹੁਤ ਜ਼ਿਆਦਾ ਮਾਲ ਵੀ ਖੁੱਲ ਗਏ ਨੇ, ਪਰ ਫਿਰ ਵੀ ਸਾਡੀ ਲੋੜਾਂ ਦੀ ਪੂਰਤੀ ਇੱਕ ਜਗ੍ਹਾ ਤੋਂ ਪੂਰੀ ਨਹੀਂ ਹੁੰਦੀ। ਪਰ ਜਿਸ ਹੱਟ ਦੇ ਵਿੱਚ, ਜਿਸ ਦੁਕਾਨ ਦੇ ਵਿੱਚ ਅਸੀਂ ਬੈਠੇ ਹਾਂ, ਇਹ ਸਤਿਗੁਰ ਦੀ ਦੁਕਾਨ ਹੈ। ਤੇ ਇੱਥੋਂ ਪ੍ਰਾਪਤੀ ਕਿਵੇਂ ਹੋ ਸਕਦੀ ਹੈ? ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ, ਸੌਦਾ ਇਕਤ ਹੱਟ ਹੈ, ਇੱਥੇ ਸਾਰੀਆਂ ਵਸਤਾਂ ਪਈਆਂ ਨੇ। ਸ਼ਾਹ ਸਤਿਗੁਰ ਸੂਰਾ। ਪਰ ਇੱਥੇ ਵਸਤ ਖਰੀਦਣ ਦਾ ਜਿਹੜਾ ਤਰੀਕਾ ਹੈ ਉਹ ਥੋੜਾ ਵੱਖਰਾ ਹੈ। ਬਾਜ਼ਾਰ ਦੇ ਵਿੱਚ ਅਸੀਂ ਪੈਸੇ ਦੇ ਕੇ ਵਸਤ ਖਰੀਦਦੇ ਹਾਂ, ਡੈਬਿਟ ਜਾਂ ਕ੍ਰੈਡਿਟ ਕਾਰਡ ਵਰਤ ਕੇ ਆਪਣੀ ਲੋੜ ਨੂੰ ਪੂਰਾ ਕਰਦੇ ਹਾਂ। ਪਰ ਇੱਥੇ ਖੇਡ ਵੱਖਰੀ ਹੈ। ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ, ਔਗਣ ਲੈ ਗੁਣ ਵਿਕਣੇ ਵਚਨੇ ਦਾ ਸੂਰਾ। ਜੇਕਰ ਇਸ ਗੁਰੂ ਦੇ ਦਰ ਤੋਂ ਕੋਈ ਵਸਤ ਪ੍ਰਾਪਤ ਕਰਨੀ ਹੈ ਤੇ ਔਗਣਾਂ ਨੂੰ ਪਿੱਛੇ ਛੱਡ ਦਿੱਤਾ ਜਾਵੇ ਤੇ ਗੁਣਾਂ ਨੂੰ ਧਾਰਨ ਕਰ ਲਿਆ ਜਾਵੇ। ਇੱਥੇ ਸਿਰਫ ਇਹੀ ਕਰੰਸੀ ਚੱਲਦੀ ਹੈ, ਔਗਣਾਂ ਨੂੰ ਛੱਡ ਦੇਣਾ ਤੇ ਗੁਣਾਂ ਨੂੰ ਧਾਰਨ ਕਰ ਲੈਣਾ। ਜੇ ਫਿਰ ਸਤਿਗੁਰ ਐਸਾ ਹੈ ਤੇ ਫਿਰ ਸਿੱਖ ਕੈਸਾ ਹੋਵੇ? ਮੈਂ ਸਾਰਾ ਆਪਣਾ ਪ੍ਰਕਰਣ, ਆਪਣਾ ਸਬਜੈਕਟ ਇਸੇ ਉੱਪਰ ਹੀ ਸੀਮਤ ਰੱਖਾਂਗਾ ਕਿ ਫਿਰ ਸਿੱਖ ਕੈਸਾ ਹੋਵੇ, ਸਿੱਖ ਦਾ ਜੀਵਨ ਕੈਸਾ ਹੋਵੇ। ਵੈਸੇ ਤੇ ਅਕਸਰ ਜ਼ਰੂਰੀ ਨਹੀਂ ਹੈ ਕਿ ਜਿੰਨੇ ਕੁ ਅਸੀਂ ਗੁਰੂ ਦੀ ਗੋਦ 'ਚ ਬੈਠੇ ਹਾਂ ਉਨੇ ਕੀ ਸਿੱਖ ਹੋਵਾਂਗੇ ਇਸ ਸ਼ਹਿਰ ਦੇ ਵਿੱਚ। ਹੋਰ ਵੀ ਬਹੁਤ ਹੋਣਗੇ, ਆਪਣੇ ਰੁਝੇਵਿਆਂ ਦੇ ਵਿੱਚ ਰੁੱਝੇ ਹੋਣਗੇ, ਕਾਰ ਵਿਹਾਰ ਦੇ ਵਿੱਚ ਰੁੱਝੇ ਹੋਣਗੇ। ਪਰ ਜਿਹੜੇ ਇੱਥੇ ਬੈਠੇ ਨੇ ਉਹ ਸਚਿਆਰ ਇਸ ਕਰਕੇ ਨਹੀਂ ਕਿ ਉਹਨਾਂ ਦੇ ਇੱਕ ਭਾਗ ਨੇ, ਇੱਕ ਕਰਮ ਨੇ, ਜਿਸ ਨੂੰ ਭਾਈ ਸਾਹਿਬ ਭਾਈ ਗੁਰਦਾਸ ਨੇ ਬਹੁਤ ਪਿਆਰਾ ਚਿਤਰਨ ਕੀਤਾ ਹੈ। ਉਹ ਕਹਿੰਦੇ ਨੇ ਕਿ ਸੰਚਿਤ ਸਲਲ ਬਹੁ ਬਰਨ ਬਨਸਪਤ। ਬਾਰਿਸ਼ ਹੁੰਦੀ ਹੈ ਨਾ ਤੇ ਸਾਰੇ ਜੰਗਲ ਦੇ ਵਿੱਚ ਹੋ ਰਹੀ ਹੁੰਦੀ ਹੈ, ਪਰ ਸੁਗੰਧ ਉਹਨਾਂ ਰੁੱਖਾਂ ਦੇ ਵਿੱਚੋਂ ਆਉਂਦੀ ਹੈ ਜਿਹੜੇ ਚੰਦਨ ਦੇ ਕਰੀਬ ਹੁੰਦੇ ਨੇ। ਸੰਚਿਤ ਸਲਲ ਬਹੁ ਬਰਨ ਬਨਾਸਪਤ, ਚੰਦਨ ਸੁਬਾਸ ਬਾਸ ਚੰਦਨ ਕੇ ਜਾਨੀਏ। ਪਰ ਸੁਗੰਧ ਕੇਵਲ ਤੇ ਕੇਵਲ ਉਹਨਾਂ ਰੁੱਖਾਂ ਦੇ ਵਿੱਚੋਂ ਆ ਸਕਦੀ ਹੈ ਜਿਹੜੇ ਚੰਦਨ ਦੇ ਕੋਲ ਹੁੰਦੇ ਨੇ। ਅਗਲੀ ਗੱਲ ਉਹ ਕਹਿੰਦੇ ਨੇ, ਪਰਬਤ ਵਿਖੇ ਉਤਪਤ ਹੋਤ ਅਸ਼ਟਤਾਤ। ਜ਼ਮੀਨ ਨੂੰ ਖੋਦਿਆ ਜਾਂਦਾ ਹੈ, ਮਾਈਨਸ ਬਣਾਈਆਂ ਜਾਂਦੀਆਂ ਨੇ ਤੇ ਬੜੇ ਤਰ੍ਹਾਂ ਦੇ ਹੀਰੇ ਜਵਾਹਰਾਤ ਮੋਤੀ ਸੋਨਾ ਕੱਢੇ ਜਾਂਦੇ ਨੇ। ਪਰ ਉਹ ਕਹਿੰਦੇ ਨੇ, ਕੰਚਨ ਸਮਾਨ ਇੱਕ ਪਾਰਸ ਕਹਿ ਜਾਣੀ ਹੈ। ਪਰ ਕੰਚਨ ਸੋਨਾ ਉਹ ਬਣ ਸਕਦਾ ਜਿਹੜਾ ਪਾਰਸ ਦੇ ਕੋਲ ਹੈ। ਗੁਰਬਾਣੀ ਦੇ ਵਿੱਚ ਪਾਰਸ ਸ਼ਬਦ ਬਹੁਤ ਵਾਰ ਆਇਆ ਹੈ। ਅਸੀਂ ਸ਼ਬਦ ਵੀ ਪੜ੍ਹਦੇ ਹਾਂ, ਗੁਰ ਪਾਰਸ ਹਮ ਲੋਹ ਮਿਲ ਕੰਚਨ ਹੁਆ ਰਾਮ। ਦਰਅਸਲ ਪਾਰਸ ਕੋਈ ਪੱਥਰ ਨਹੀਂ ਹੈ, ਇਹ ਇੱਕ ਕਲਪਨਾ ਹੈ, ਇੱਕ ਇਮੈਜੀਨੇਸ਼ਨ ਹੈ। ਜੇਕਰ ਕੋਈ ਪਾਰਸ ਪੱਥਰ ਹੁੰਦਾ, ਦੁਨੀਆ ਤੇ ਕੋਈ ਵਿਅਕਤੀ ਗਰੀਬ ਨਾ ਹੁੰਦਾ। ਗੁਰ ਸ਼ਬਦ ਰਤਨਾਕਰ ਮਹਾਨ ਕੋਸ਼ ਦੇ ਵਿੱਚ ਭਾਈ ਸਾਹਿਬ ਭਾਈ ਕਾਹਨ ਸਿੰਘ ਰਾਭਾ ਨੇ ਪਾਰਸ ਦੇ ਅਰਥ ਕੀਤੇ ਨੇ ਸਟੋਨ ਆਫ ਫਿਲਾਸਫੀ, ਵਿਚਾਰਧਾਰਾ ਦੀ ਚੇਤਨਤਾ। ਕਿ ਗੁਰੂ ਵਿਚਾਰਧਾਰਾ ਦੀ ਚੇਤਨਤਾ ਦਾ ਸੋਮਾ ਹੈ। ਜਿਹੜਾ ਮਨੁੱਖ ਇਸ ਦੇ ਕੋਲ ਆ ਗਿਆ ਉਹ ਲੋਹੇ ਤੋਂ ਕੰਚਨ ਬਣ ਸਕਦਾ ਹੈ। ਅਗਲੀ ਗੱਲ ਉਹ ਕਰਦੇ ਨੇ, ਕਹਿੰਦੇ ਨੇ, ਰਾਤ ਅੰਧਕਾਰ ਤਾਰਾ ਮੰਡਲ ਚਮਤਕਾਰ। ਹਨੇਰੀ ਰਾਤ ਹੋਵੇ, ਜਿੰਨੇ ਮਰਜ਼ੀ ਤਾਰੇ ਹੋਣ, ਚੰਦਰਮਾ ਵੀ ਚੜਿਆ ਹੋਵੇ, ਪਰ ਉਹ ਦਿਨ ਨਹੀਂ ਹੈ। ਸੰਸਾਰ ਦੇ ਵਿੱਚ ਅਨੇਕਾਂ ਰਹਿਬਰ ਹੋ ਸਕਦੇ ਨੇ, ਅਨੇਕਾਂ ਪੈਗੰਬਰ ਹੋ ਸਕਦੇ ਨੇ,
ਅਨੇਕਾਂ ਮੁਰਸ਼ਿਦ ਹੋ ਸਕਦੇ ਨੇ, ਪਰ ਦਿਨ ਦਿਨ ਕਰ ਜੋਤ ਏਕੇ ਪਰਵਾਨੀਏ। ਪਰ ਦਿਨ ਦਾ ਪ੍ਰਕਾਸ਼ ਉਦੋਂ ਹੁੰਦਾ ਹੈ ਜਦੋਂ ਮਨੁੱਖ ਸੂਰਜ ਦੇ ਸਾਹਮਣੇ ਹੁੰਦਾ ਹੈ। ਤੇ ਸਾਡੇ ਪਾਵਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ ਕਿ ਜੇ ਸੋ ਚੰਦਾ ਉਗਵੈ ਸੂਰਜ ਚੜੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਫਿਰ ਇਸ ਗੁਰੂ ਦੀ ਗੋਦ ਦੇ ਵਿੱਚ ਇਸ ਸੂਰਜ ਦੇ ਕੋਲ ਬੈਠਣ ਦੇ ਵਾਸਤੇ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ, ਕਹਿੰਦੇ ਲੋਗਨ ਮੇ ਲੋਗਾ ਚਾਰ। ਐ ਸਿੱਖਾ ਤੈਨੂੰ ਗੁਰੂ ਸਾਹਿਬ ਇਹ ਨਹੀਂ ਕਹਿੰਦੇ ਕਿ ਤੂੰ ਕਾਰ ਵਿਹਾਰ ਛੱਡ ਦੇ, ਤੂੰ ਸੰਸਾਰ ਦੇ ਕੰਮ ਕਰ, ਕਿਰਤ ਕਰ। ਲੋਗਨ ਮੇ ਲੋਗਾ ਚਾਰ, ਗੁਰਮੁਖ ਏਕ ਓੰਕਾਰ। ਪਰ ਤੇਰੇ ਮੁਖ ਦੇ ਉੱਪਰ ਇੱਕ ਦਾ ਨਾਮ ਹੋਵੇ, ਤੂੰ ਆਪਣੇ ਕਾਰ ਵਿਹਾਰ ਕਰ, ਕਿਰਤ ਕਰ। ਲੋਗਨ ਮੇ ਲੋਗਾ ਚਾਰ, ਗੁਰਮੁਖ ਏਕ ਓੰਕਾਰ। ਸ਼ਬਦ ਸੁਰਤ ਉਨ ਮਨ ਉਨ ਮਾਨੀਐ। ਪਰ ਤੇਰਾ ਜਿਹੜਾ ਚਿੱਤ ਹੈ ਉਹ ਗੁਰੂ ਦੇ ਸ਼ਬਦ ਦੇ ਨਾਲ ਜੁੜਿਆ ਹੋਵੇ, ਕਾਰ ਵਿਹਾਰ ਕਿਰਤ ਤੂੰ ਕੋਈ ਵੀ ਕਰਦਾ ਹੋਵੇ। ਇਹ ਗੁਰੂ ਦੇ ਕੋਲ ਬੈਠਣ ਦੀ ਸ਼ਰਤ ਹੈ ਕਿ ਤੇਰੇ ਚਿੱਤ ਦੇ ਵਿੱਚ ਇੱਕ ਓੰਕਾਰ ਹੋਵੇ। ਲੋਗਨ ਮੇ ਲੋਗਾ ਚਾਰ, ਗੁਰਮੁਖ ਏਕ ਓੰਕਾਰ। ਸ਼ਬਦ ਸੁਰਤ ਉਨ ਮਨ ਉਨ ਮਾਨੀਐ। ਸੋ ਇਹ ਹੈ ਗੁਰੂ ਦੇ ਨੇੜੇ ਆਉਣ ਦਾ ਤਰੀਕਾ। ਤੇ ਫਿਰ ਸਿੱਖ ਦਾ ਜੀਵਨ ਕੈਸਾ ਹੋਵੇ। ਜਦੋਂ ਅਸੀਂ ਸਿੱਖ ਦੇ ਜੀਵਨ ਦੀ ਗੱਲ ਕਰਦੇ ਹਾਂ ਤਾਂ ਕੁਦਰਤਨ ਇੱਕ ਮਾਰਗ ਤਾਂ ਹੈ, ਇੱਕ ਰਸਤਾ ਤਾਂ ਹੈ, ਜਿਸ ਰਸਤੇ ਦੇ ਉੱਪਰ ਸਾਨੂੰ ਚੱਲਣਾ ਪਵੇਗਾ। ਤੇ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਉਹ ਰਸਤਾ ਬਹੁਤ ਬਰੀਕ ਹੈ। ਗੁਰਸਿੱਖੀ ਬਰੀਕ ਹੈ, ਖੰਨੇ ਧਾਰ ਗਲੀ ਅਤ ਪੀੜੀ। ਫਿਰ ਉਹ ਰਸਤਾ ਬੜਾ ਬਰੀਕ ਹੈ ਤੇ ਉਸ ਰਸਤੇ ਦੇ ਉੱਪਰ ਚੱਲਣ ਦੀ ਜਿਹੜੀ ਆਰੰਭਤਾ ਹੈ ਉਹ ਇਬਾਦਤ ਦੇ ਵਿੱਚੋਂ ਅਰਦਾਸ ਦੇ ਨਾਲ ਹੁੰਦੀ ਹੈ ਤੇ ਅੰਤ ਸ਼ਹਾਦਤ ਤੇ ਵੀ ਹੋ ਸਕਦਾ ਹੈ। ਇਹ ਸਿੱਖ ਦਾ ਜੀਵਨ ਹੈ, ਇਬਾਦਤ ਤੋਂ ਲੈ ਕੇ ਸ਼ਹਾਦਤ ਤੱਕ। ਆਰੰਭ ਗੁਰੂ ਦੇ ਸਾਹਮਣੇ ਆਪਣੀ ਦਾਸਤਾਂ ਬਿਆਨ ਕਰਨ ਤੋਂ ਹੁੰਦਾ। ਅਰਜ ਦਾਸਤ ਪੰਜਾਬੀ ਦੇ ਵਿੱਚ ਅਸੀਂ ਕਹਿੰਦੇ ਆ ਅਰਦਾਸ। ਅਰਦਾਸ ਸ਼ਬਦ ਦੇ ਬਾਰੇ ਸਾਡੇ ਜਿਹੜੇ ਫਿਲਾਸਫਰ ਨੇ, ਜਿਹੜੇ ਵਿਦਵਾਨ ਨੇ, ਇਹਨਾਂ ਦੇ ਅਰਥਾਂ ਦੇ ਬਾਬਤ ਉਹਨਾਂ ਦੇ ਦੋ ਮਤ ਨੇ। ਕੁਝ ਇਤਿਹਾਸਕਾਰਾਂ ਦਾ, ਫਿਲਾਸਫਰਾਂ ਦਾ ਵਿਚਾਰ ਹੈ ਕਿ ਅਰਦਾਸ ਸ਼ਬਦ ਫਾਰਸੀ ਭਾਸ਼ਾ ਦੇ ਸ਼ਬਦ ਅਰਜਦਾਸ਼ਤ ਤੋਂ ਆਇਆ, ਕਿ ਆਪਣੀ ਦਾਸਤਾਂ ਨੂੰ ਆਪਣੇ ਇਸ਼ਟ ਦੇ ਅੱਗੇ ਬਿਆਨ ਕਰਨਾ। ਤੇ ਕੁਝ ਇਤਿਹਾਸਕਾਰਾਂ ਦਾ ਮਤ ਹੈ ਕਿ ਅਰਦਾਸ ਸ਼ਬਦ ਸੰਸਕ੍ਰਿਤ ਦੇ ਸ਼ਬਦ ਉਰਦ ਆਸ ਤੋਂ ਆਇਆ। ਉਰਦ ਦਾ ਭਾਵ ਹੈ ਹਿਰਦਾ ਤੇ ਆਸ ਦਾ ਭਾਵ ਹੈ ਕਾਮਨਾ, ਹਿਰਦੇ ਦੀ ਕਾਮਨਾ। ਦਰਅਸਲ ਜੇਕਰ ਵੱਡੇ ਰੂਪ ਦੇ ਵਿੱਚ ਵੇਖੀਏ ਤਾਂ ਦੋਵੇਂ ਹੀ ਅਰਥ ਸਹੀ ਨੇ। ਮਨੁੱਖ ਆਸ ਕਰਕੇ ਵੀ ਅਰਦਾਸ ਕਰਦਾ ਹੈ ਤੇ ਆਪਣੀ ਵੇਦਨਾ ਵੀ ਅਰਦਾਸ ਦੇ ਰਾਹੀਂ ਗੁਰੂ ਦੇ ਅੱਗੇ ਪ੍ਰਗਟ ਕਰਦਾ ਹੈ। ਇਸ ਕਰਕੇ ਅਰਥ ਦੋਵੇਂ ਠੀਕ ਨੇ। ਆਪਣੀ ਹਿਰਦੇ ਦੀ ਵੇਦਨਾ ਆਪਣੇ ਗੁਰੂ ਦੇ ਅੱਗੇ ਪ੍ਰਗਟ ਕਰਨੀ ਤੇ ਆਪਣੀ ਆਸ ਦੇ ਵਾਸਤੇ, ਕਾਮਨਾ ਦੇ ਵਾਸਤੇ ਗੁਰੂ ਦੇ ਅੱਗੇ ਨਤਮਸਤਕ ਹੋ ਜਾਣਾ, ਇਹ ਦੋਵੇਂ ਹੀ ਅਰਦਾਸ ਸ਼ਬਦ ਦੇ ਅਰਥ ਨੇ। ਪਰ ਜਿਹੜੀ ਸਿੱਖੀ ਦੀ ਅਰਦਾਸ ਹੈ ਦਰਅਸਲ ਉਹ ਮੰਗ ਤੋਂ ਉੱਪਰ ਹੈ। ਉਹ ਕੇਵਲ ਮੰਗਾਂ ਤੱਕ ਸੀਮਿਤ ਨਹੀਂ ਹੈ। ਇਹ ਵੀ ਜ਼ਰੂਰੀ ਹੈ ਕਿ ਅਸੀਂ ਹਰ ਮੰਗ, ਹਰ ਇੱਛਾ ਗੁਰੂ ਦੇ ਸਾਹਮਣੇ ਰੱਖਦੇ ਹਾਂ, ਪਰ ਸਿੱਖ ਦੀ ਅਰਦਾਸ ਦਾ ਜਿਹੜਾ ਸੰਕਲਪ ਹੈ ਉਹ ਹੈ ਭਾਣਾ ਮੰਨਣਾ। ਔਰ ਇਸ ਅਰਦਾਸ ਦੇ ਵਿੱਚ, ਇਸ ਇਬਾਦਤ ਦੇ ਵਿੱਚ ਕਿਤੇ ਮਨੁੱਖ ਦੇ ਮਨ ਦੇ ਵਿੱਚ ਅਹੰਕਾਰ ਨਾ ਆ ਜਾਵੇ ਕਿ ਜਿੰਨਾ ਗਿਆਨ ਮੈਨੂੰ ਹੈ, ਜਿੰਨੇ ਸ਼ਬਦ ਮੈਂ ਜਾਣਦਾ ਹਾਂ, ਜਿੰਨੀ ਬਾਣੀ ਮੈਂ ਪੜ੍ਹ ਸਕਦਾ ਹਾਂ, ਜਿਵੇਂ ਦੀ ਸੁਰੀਲੀ ਮੇਰੀ ਆਵਾਜ਼ ਹੈ, ਕਿਤੇ ਇਸ ਗੱਲ ਦਾ ਅਹੰਕਾਰ ਨਾ ਆ ਜਾਵੇ ਸਿੱਖ ਦੇ ਮਨ ਦੇ ਵਿੱਚ। ਤਾਰੀਖੇ ਇਸਲਾਮ ਦੇ ਵਿੱਚ ਇੱਕ ਛੋਟੀ ਜੀ ਕਹਾਣੀ ਹੈ। ਕਹਾਣੀ ਦਾ ਲਿਖਣ ਵਾਲਾ ਹੈ ਸ਼ੇਖ ਸਾਦੀ। ਹੈ ਛੋਟੀ ਜੀ ਕਹਾਣੀ, ਪਰ ਸਮਝਾਉਣ ਦੇ ਵਾਸਤੇ ਮਨ ਨੂੰ ਉਸ ਕਹਾਣੀ ਦੀ ਅਹਿਮੀਅਤ ਬੜੀ ਵੱਡੀ ਹੈ। ਇੱਕ ਆਜ਼ੜੀ ਭੇਡਾਂ ਚਾਰਨ ਵਾਲਾ ਇੱਕ ਛੋਟੀ ਜੀ ਝੌਂਪੜੀ ਦੇ ਵਿੱਚ ਇੱਕ ਛੋਟੇ ਜਿਹੇ ਪਹਾੜ ਤੇ ਰਹਿੰਦਾ ਹੈ। ਬਸ ਇੰਨਾ ਕੁ ਦਾ ਸੰਸਾਰ ਹੈ, ਨਾ ਕੋਈ ਸ਼ਰੀਕਾ, ਬਰਾਦਰੀ, ਕੁਟੁੰਬ, ਕਬੀਲਾ, ਕੁਝ ਵੀ ਨਹੀਂ। ਨਾ ਮਾਂ ਨਾ ਬਾਪ, ਯਤੀਮ ਹੈ। ਕੁਝ ਭੇਡਾਂ ਨੇ, ਉਹਨਾਂ ਨੂੰ ਚਾਰਦਾ ਹੈ, ਉਹਨਾਂ ਦਾ ਦੁੱਧ ਵੇਚਦਾ ਹੈ। ਨਿਰਬਾਹ ਦੇ ਵਾਸਤੇ ਇਹੀ ਉਸ ਦੀ ਕਿਰਤ ਹੈ ਕਿ ਭੇਡਾਂ ਨੂੰ ਚਾਰਨਾ, ਦੁੱਧ ਵੇਚਣਾ ਤੇ ਆਪਣੇ ਜੀਵਨ ਦਾ ਗੁਜ਼ਾਰਾ ਕਰਨਾ। ਇੱਕ ਦਿਨ ਮਨ ਦੇ ਵਿੱਚ ਆਇਆ ਕਿ ਸ਼ਹਿਰ ਦੇ ਲੋਕ
ਮੇਰੇ ਕੋਲ ਦੁੱਧ ਖਰੀਦਣ ਵਾਸਤੇ ਆਉਂਦੇ ਨੇ, ਕਿਉਂ ਨਾ ਮੈਂ ਸ਼ਹਿਰ ਦੇ ਵਿੱਚ ਜਾ ਕੇ ਵੇਖਾਂ ਲੋਕ ਕਿਵੇਂ ਦੇ ਨੇ, ਉਹਨਾਂ ਦਾ ਜੀਵਨ ਕਿਵੇਂ ਦਾ ਹੈ। ਮੇਰੀ ਜ਼ਿੰਦਗੀ ਤਾਂ ਇੰਨੀ ਕੀ ਹੈ ਕਿ ਪਹਾੜ ਦੇ ਉੱਪਰ ਰਹਿਣਾ, ਭੇਡਾਂ ਨੂੰ ਚਾਰਨਾ ਔਰ ਦੁੱਧ ਵੇਚ ਕੇ ਗੁਜ਼ਾਰਾ ਕਰ ਲੈਣਾ। ਜਦੋਂ ਸ਼ਹਿਰ ਦੇ ਵਿੱਚ ਆਇਆ ਤੇ ਕੁਦਰਤਨ ਆ ਕੇ ਜਿਸ ਜਗ੍ਹਾ ਤੇ ਰੁਕਿਆ, ਇਸਲਾਮ ਦਾ ਧਾਰਮਿਕ ਸਥਾਨ ਸੀ ਤੇ ਉੱਥੇ ਮੁਕੱਦਸ ਕੁਰਾਨ ਸ਼ਰੀਫ ਦੇ ਅਰਥ ਪੜਾਉਣ ਵਾਲਾ ਜਿਹੜਾ ਵਾਇਦ ਸੀ, ਉਹ ਕੁਰਾਨ ਸ਼ਰੀਫ ਦੇ ਅਰਥ ਪੜ੍ਹਾ ਰਿਹਾ ਹੈ। ਉਹਨੂੰ ਅਰਥ ਬੜੇ ਚੰਗੇ ਲੱਗੇ। ਉਹ ਖਲੋ ਗਿਆ ਉਸ ਪਵਿੱਤਰ ਸਥਾਨ ਦੇ ਸਾਹਮਣੇ ਤੇ ਵਾਇਜ਼ ਨੇ ਪੜਾਉਣਾ ਸ਼ੁਰੂ ਕੀਤਾ ਆਪਣੇ ਤਾਲਿਬਾਨ ਨੂੰ, ਆਪਣੇ ਵਿਦਿਆਰਥੀਆਂ ਨੂੰ, ਆਪਣੇ ਸਟੂਡੈਂਟਸ ਨੂੰ। ਵਾਇਜ਼ ਕਹਿ ਰਿਹਾ ਹੈ ਕਿ ਖੁਦਾ ਲਾ ਵਾਰਿਸ ਹੈ, ਪਰਮਾਤਮਾ ਦਾ ਕੋਈ ਵਾਰਿਸ ਨਹੀਂ, ਯਤੀਮ ਹੈ, ਕੋਈ ਮਾਂ-ਬਾਪ ਨਹੀਂ। ਸੱਚਮੁੱਚ ਹੈ ਵੀ ਨਹੀਂ। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਦੋਂ ਪਰਮਾਤਮਾ ਦਾ ਸਰੂਪ ਅਸੀਂ ਆਪਣੇ ਮੂਲ ਮੰਤਰ ਦੇ ਵਿੱਚ ਪੜ੍ਹਦੇ ਹਾਂ ਤੇ ਅਜੂਨੀ ਹੈ, ਸਹਿਬ ਅੰਗ ਹੈ, ਸੁੱਤੇ ਸਿੱਧ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ। ਤੇ ਜਿਹੜਾ ਸਾਡਾ ਸਾਰਿਆਂ ਦਾ ਹੀ ਮਾਂ-ਬਾਪ ਹੈ, ਅਸੀਂ ਪਾਵਨ ਬਾਣੀ 'ਚ ਪੜ੍ਹਦੇ ਹਾਂ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਕ, ਤੂੰ ਮੇਰਾ ਭਰਾਤਾ। ਜਿਹੜਾ ਸਾਰਿਆਂ ਦਾ ਮਾਂ-ਬਾਪ ਹੈ, ਉਸ ਦਾ ਕੋਈ ਮਾਂ-ਬਾਪ ਨਹੀਂ। ਉਹਦੇ ਮਨ ਦੇ ਵਿੱਚ ਇੱਕ ਖਿਆਲ ਨੇ ਜਨਮ ਲਿਆ ਕਿ ਐ ਖੁਦਾ, ਤੂੰ ਵੀ ਮੇਰੇ ਵਰਗਾ ਯਤੀਮ ਹੈ ਤੇ ਮੈਂ ਵੀ ਯਤੀਮ, ਅਸੀਂ ਦੋਵੇਂ ਇੱਕੋ ਜਿਹੇ, ਤੇਰੇ ਤੇ ਮੇਰੇ ਵਿੱਚ ਕੋਈ ਅੰਤਰ ਹੀ ਨਹੀਂ ਹੈ। ਤੂੰ ਵੀ ਯਤੀਮ ਹੈ ਔਰ ਮੈਂ ਵੀ ਯਤੀਮ ਹਾਂ, ਸਾਡੇ 'ਚ ਅੰਤਰ ਕੋਈ ਨਹੀਂ, ਫਰਕ ਕੋਈ ਨਹੀਂ, ਭੇਦ-ਭਾਵ ਕੋਈ ਨਹੀਂ। ਅਖੀਰ ਵਾਇਸ ਨੇ ਅਗਲੀ ਲਾਈਨ ਪੜ੍ਹਾਈ ਬੱਚਿਆਂ ਨੂੰ ਕਿ ਖੁਦਾ ਲਾ ਮਕਾਮ ਹੈ, ਪਰਮਾਤਮਾ ਦੀ ਕੋਈ ਜਗ੍ਹਾ ਨਹੀਂ। ਉਸਨੇ ਤੀਸਰੀ ਲਾਈਨ ਪੜ੍ਹਾਈ ਕਿ ਖੁਦਾ ਲਾ ਸ਼ਰੀਕ ਹੈ, ਪਰਮਾਤਮਾ ਵਰਗਾ ਹੋਰ ਕੋਈ ਨਹੀਂ। ਇਹ ਵੀ ਬਿਲਕੁਲ ਸੱਚ ਹੈ ਕਿ ਸ਼ਰੀਕਾ ਤਾਂ ਉਸ ਨੂੰ ਕਹਿੰਦੇ ਆ ਜਿਹੜਾ ਕਿਸੇ ਦੇ ਵਰਗਾ ਹੋਵੇ, ਕਿਸੇ ਦੇ ਬਰਾਬਰ ਹੋਵੇ, ਤੇ ਪਰਮਾਤਮਾ ਵਰਗਾ ਹੈ ਹੀ ਕੋਈ ਨਹੀਂ। ਸਾਡੇ ਪਾਵਨ ਗੁਰਬਾਣੀ ਦੇ ਸ਼ਬਦ ਨੇ, ਤੁਧ ਜੇ ਵੱਡ ਹੋਰ ਸ਼ਰੀਕ ਹੋਵੇ ਤਾਂ ਆਖੀਏ। ਪਰਮਾਤਮਾ ਵਰਗਾ ਕੋਈ ਵੀ ਨਹੀਂ। ਪਰਮਾਤਮਾ ਲਾ ਮਕਾਮ ਹੈ, ਉਹਦੀ ਜਗ੍ਹਾ ਸਾਰੀ ਜਗ੍ਹਾ ਹੈ, ਪਰ ਉਹਦਾ ਇੱਕ ਨਿਸ਼ਚਿਤ ਘਰ ਨਹੀਂ ਹੈ ਕਿ ਪਰਮਾਤਮਾ ਇੱਥੇ ਹੀ ਰਹਿੰਦਾ ਹੈ। ਅਸੀਂ ਪੜ੍ਹਦੇ ਹਾਂ ਪਾਵਨ ਬਾਣੀ 'ਚ, ਸਭੇ ਘਟ ਰਾਮ ਬੋਲੇ, ਜਾਂ ਅਸੀਂ ਪੜ੍ਹਦੇ ਈਬੇ ਬੀਠਲ ਉਬੇ ਬੀਠਲ, ਬੀਠਲ ਬਿਨ ਸੰਸਾਰ ਨਹੀਂ। ਜਿਹੜਾ ਸਾਰੇ ਸੰਸਾਰ ਦੇ ਵਿੱਚ ਵਿਆਪਕ ਹੈ, ਉਹਦਾ ਇੱਕ ਘਰ ਨਹੀਂ ਹੈ। ਇਹਦੇ ਮਨ ਦੇ ਵਿੱਚ ਆਇਆ ਕਿ ਇਹ ਪਰਮਾਤਮਾ, ਇਹ ਖੁਦਾ, ਮੈਨੂੰ ਤੇ ਅੱਜ ਪਤਾ ਲੱਗਾ ਕਿ ਤੂੰ ਵੀ ਮੇਰੇ ਵਰਗਾ ਯਤੀਮ ਹੈ। ਮੈਨੂੰ ਤੇ ਅੱਜ ਪਤਾ ਲੱਗਾ ਹੈ ਕਿ ਤੇਰਾ ਵੀ ਸ਼ਰੀਕਾ, ਬਰਾਦਰੀ, ਕੁਟੰਬ, ਕਟੀਲਾ, ਭੈਣ, ਭਰਾ ਕੋਈ ਵੀ ਨਹੀਂ ਹੈ, ਤੂੰ ਵੀ ਮੇਰੇ ਵਰਗਾ ਹੈ। ਪਰ ਮੈਂ ਤੇਰੇ ਤੋਂ ਥੋੜਾ ਜਿਹਾ ਅਮੀਰ ਹਾਂ ਕਿ ਤੇਰੇ ਕੋਲ ਰਹਿਣ ਨੂੰ ਘਰ ਵੀ ਕੋਈ ਨਹੀਂ, ਮੇਰੇ ਕੋਲ ਇੱਕ ਝੁੱਗੀ ਤਾਂ ਹੈ। ਉੱਥੋਂ ਹੀ ਵਾਪਸ ਆ ਗਿਆ, ਆ ਕੇ ਪਰਮਾਤਮਾ ਦੇ ਨਾਲ ਗੱਲਾਂ ਕਰਦਾ ਹੈ, ਬੜੀ ਨਾਦਾਨੀ ਦੇ ਵਿੱਚ, ਮਾਸੂਮੀਅਤ ਦੇ ਵਿੱਚ, ਬਿਲਕੁਲ ਚਤਰਾਈਆਂ ਤੋਂ ਰਹਿਤ ਹੋ ਕੇ। ਸਾਡੇ ਵਰਗੀਆਂ ਚਤਰਾਈਆਂ ਨਹੀਂ, ਚਤਰਾਈਆਂ ਤੋਂ ਰਹਿਤ ਹੋ ਕੇ ਪਰਮਾਤਮਾ ਦੇ ਨਾਲ ਗੱਲਾਂ ਕਰ ਰਿਹਾ। ਖੁਦਾ, ਮੈਨੂੰ ਤੇ ਅੱਜ ਪਤਾ ਲੱਗਾ ਤੂੰ ਮੇਰੇ ਵਰਗਾ ਗਰੀਬ ਹੈ। ਮੈਨੂੰ ਤੇ ਅੱਜ ਪਤਾ ਲੱਗਾ ਹੈ ਤੇਰੇ ਕੋਲ ਰਹਿਣ ਨੂੰ ਘਰ ਵੀ ਕੋਈ ਨਹੀਂ, ਮੇਰੇ ਕੋਲ ਇੱਕ ਝੁੱਗੀ ਹੈ। ਤੂੰ ਚਾਹੇ ਤਾਂ ਮੇਰੀ ਝੁੱਗੀ 'ਚ ਆ ਕੇ ਰਹਿ ਸਕਦਾ ਹੈ। ਜੇ ਤੂੰ ਚਾਹੇ ਤਾਂ ਮੇਰੇ ਨਾਲ ਆ ਕੇ ਰਹਿ ਸਕਦਾ ਹੈ। ਮੈਂ ਤੈਨੂੰ ਪੀਣ ਦੇ ਵਾਸਤੇ ਦੁੱਧ ਵੀ ਦੇਵਾਂਗਾ। ਮੈਨੂੰ ਅੱਜ ਪਤਾ ਲੱਗਾ ਵਾਇਸ ਤੋਂ ਕਿ ਤੂੰ ਯਤੀਮ ਹੈ। ਮੈਂ ਯਤੀਮੀ ਦੇ ਦੁੱਖ ਨੂੰ ਵੇਖਿਆ ਹੈ। ਮੈਂ ਤੇਰੀ ਪੂਰੀ ਸੇਵਾ ਕਰਾਂਗਾ, ਤੂੰ ਮੇਰੇ ਘਰ ਦੇ ਵਿੱਚ ਆ ਜਾ। ਇਹ ਗੱਲਾਂ ਕਰ ਰਿਹਾ ਸੀ ਤੇ ਕੋਲੋਂ ਦੀ ਇਸਲਾਮ ਦੇ ਇੱਕ ਬੜੇ ਮਸ਼ਹੂਰ ਪੈਗੰਬਰ ਲੰਘੇ ਤੇ ਜਦੋਂ ਉਹਨਾਂ ਨੇ ਗੱਲਾਂ ਸੁਣੀਆਂ ਨਾ ਤੇ ਮੂੰਹ ਤੇ ਥੱਪੜ ਮਾਰ ਦਿੱਤਾ। ਕਹਿੰਦੇ ਕੀ ਗੱਲਾਂ ਕਰਦਾ ਹੈ? ਤੇਰੇ ਵਰਗੇ ਲਾਚਾਰ, ਗਰੀਬ ਤੇ ਮੈਲੇ ਕੁਚੈਲੇ ਦੇ ਘਰ ਆ ਕੇ ਪ੍ਰਮਾਤਮਾ ਰਵੇਗਾ। ਮਨੁੱਖ ਨੂੰ ਆਪਣੀ ਬੰਦਗੀ ਦਾ ਅਹੰਕਾਰ ਹੁੰਦਾ ਹੈ ਨਾ ਕਈ ਵਾਰੀ, ਕਿ ਸ਼ਾਇਦ ਜਿੰਨੀ ਬੰਦਗੀ ਮੈਂ ਕਰ ਰਿਹਾ ਸ਼ਾਇਦ ਉਨੀ ਬੰਦਗੀ ਹੋਰ ਕੋਈ ਨਹੀਂ ਕਰਦਾ। ਥੱਪੜ ਮਾਰ ਦਿੱਤਾ ਤੇ ਥੱਪੜ ਮਾਰਨ ਤੋਂ ਬਾਅਦ ਉਹ ਚਾਰਵਾਹਾ ਆਜੜੀ ਤਾਂ ਵਿਚਾਰਾ ਰੋਣ ਲੱਗਾ ਕਿ ਪਰਮਾਤਮਾ, ਮੈਂ ਤੇ ਤੈਨੂੰ ਪਿਆਰ ਦੇ ਵਿੱਚ ਯਾਦ ਕਰ ਰਿਹਾ ਸੀ, ਵੱਜਾ ਥੱਪੜ ਹੈ ਚਿਹਰੇ ਦੇ ਉੱਪਰ। ਪਰ ਜਦੋਂ ਉਹ ਪੈਗੰਬਰ ਸਾਹਿਬ ਗਏ ਆਪਣੇ ਸਥਾਨ ਤੇ, ਖੁਦਾ ਦੀ ਬੰਦਗੀ ਦੇ ਵਿੱਚ ਬੈਠੇ ਤੇ ਮਨ ਨਹੀਂ ਲੱਗਾ, ਬੜਾ ਚਿਰ ਮਨ ਨਹੀਂ ਲੱਗਾ। ਅਖੀਰ ਖੁਦਾ ਨੂੰ ਮੁਖਾਤਬ ਹੋ ਕੇ ਕਹਿੰਦੇ ਨੇ, ਖੁਦਾ ਅੱਜ ਕੀ ਗੁਨਾਹ ਹੋਇਆ, ਤੇਰੀ ਬੰਦਗੀ ਦੇ ਵਿੱਚ ਮਨ ਨਹੀਂ ਲੱਗ ਰਿਹਾ
ਤੇ ਸ਼ੇਖ ਸਾਦੀ ਨੇ ਆਪਣੀ ਫਾਰਸੀ ਦੀ ਕਿਤਾਬ ਗੁਲਿਸਤਾਂ ਬਸਤਾਂ 'ਚ ਲਿਖਿਆ ਹੈ ਕਿ ਖੁਦਾ ਦੀ ਆਵਾਜ਼ ਆਈ, ਤੈਂ ਬਰਾਇਓ ਵਸਲ ਕਰਦਮ ਆਮਦਮ, ਨੈ ਬਰਾਇਓ ਫਸਲ ਕਰਦਮ ਆਮਦਮ। ਵਸਲ ਹੁੰਦਾ ਮਿਲਣਾ, ਫਸਲ ਹੁੰਦਾ ਕੱਟਣਾ, ਫਾਰਸੀ ਦੇ ਸ਼ਬਦ ਨੇ। ਕਹਿੰਦੇ ਨੇ, ਇਹ ਪੈਗੰਬਰ, ਮੈਂ ਤੇ ਤੈਨੂੰ ਟੁੱਟਿਆਂ ਹੋਇਆਂ ਨੂੰ ਜੋੜਨ ਦੇ ਵਾਸਤੇ ਭੇਜਿਆ ਸੀ। ਅੱਜ ਇੱਕ ਬੜੇ ਪਿਆਰ ਦੇ ਨਾਲ ਮੇਰੇ ਨਾਲ ਜੁੜਿਆ ਬੈਠਾ ਸੀ, ਤੂੰ ਤੋੜ ਕੇ ਆ ਗਿਆ, ਤੂੰ ਗੁਨਾਹ ਕੀਤਾ। ਪੈਗੰਬਰ ਸਾਹਿਬ ਗਏ ਤੇ ਉਸ ਤੋਂ ਜਾ ਕੇ ਮਾਫੀ ਕੀਤੀ ਔਰ ਗੁਨਾਹ ਦੀ ਤਲਾਫੀ ਕੀਤੀ। ਹੁਣ ਇੱਥੇ ਹੈ ਕਿ ਪਿਆਰ ਕਿਸ ਦਾ ਸੀ। ਬਸ ਸਿੱਖੀ ਇਸੇ ਗੱਲ ਦੀ ਹੈ ਕਿ ਗੁਰੂ ਦੇ ਨਾਲ ਪਿਆਰ ਕਿੰਨਾ ਹੈ। ਇਸੇ ਕਰਕੇ ਇਸ ਖੇਡ ਨੂੰ ਗੁਰੂ ਪਾਤਸ਼ਾਹ ਨੇ ਕਿਹਾ ਹੈ ਕਿ ਇਹ ਪ੍ਰੇਮ ਦੀ ਖੇਡ ਹੈ, ਸ਼ਰਤ ਸਿਰ ਦੀ ਹੈ। ਪ੍ਰੇਮ ਦੀ ਖੇਡ ਇਬਾਦਤ ਹੈ, ਸਿਰ ਦੀ ਸ਼ਰਤ ਸ਼ਹਾਦਤ ਹੈ। ਜੋ ਤੋ ਪ੍ਰੇਮ ਖਿਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਧਰੀਜੇ, ਸਿਰ ਦੀਜੇ ਕਾਣ ਨਾ ਕੀਜੇ। ਖੇਡ ਪਿਆਰ ਦੀ ਹੈ, ਸ਼ਰਤ ਸਿਰ ਦੀ ਹੈ, ਰਸਤਾ ਇਬਾਦਤ ਦਾ ਹੈ, ਮੰਜ਼ਿਲ ਸ਼ਹਾਦਤ ਵੀ ਹੋ ਸਕਦੀ ਹੈ।